ਉਵੇਂ ਜੱਜ ਨਹੀਂ ਕੀਤਾ ਜਾਂਦਾ ਜਿੱਦਾਂ ਉਹ ਹਾਰਡ ਵਰਕ ਕਰਦਾ। ਜਿਹੜੀ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਚੰਗੀ ਜਾਂ ਮਾੜੀ, ਲੋਕੀ ਉਵੇਂ ਹੀ ਉਹਨੂੰ ਦੇਖਦੇ ਰਹਿੰਦੇ ਨੇ। ਸੋ ਬੀਇੰਗ ਅ ਆਰਟਿਸਟ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕੋਈ ਗਲਤ ਐਲੀਗੇਸ਼ਨਸ ਹੋ ਗਏ ਜਾਂ ਨੈਗੇਟਿਵਿਟੀ ਹੋ ਗਈ ਜਾਂ ਕੁਛ ਵੀ ਇੱਦਾਂ ਦਾ ਹੋ ਗਿਆ, ਉਹ ਮੈਨੂੰ ਲੱਗਦਾ ਕਿ ਥੋੜ੍ਹੇ ਟਾਈਮ ਲਈ ਨੇ। ਅਗਰ ਤੁਸੀਂ ਪੋਜ਼ੀਟਿਵ ਹੋ, ਰੀਅਲ ਹੋ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਮੈਨੂੰ ਲੱਗਦਾ। ਗੱਡੀਆਂ ਨੇ, ਹੁਣ ਕੋਠੀਆਂ ਨੇ, ਹੁਣ ਵੱਡੇ ਪਲੇਟਫਾਰਮਸ ਨੇ, ਲੇਕਿਨ ਉਹ ਰਿਸਪੈਕਟ ਕਿਤੇ ਨਾ ਕਿਤੇ ਜਿਹੜੀ ਲੂਜ਼ ਹੋ ਰਹੀ ਆ, ਉਹਦੀ ਵਜ੍ਹਾ ਤੁਹਾਨੂੰ ਬੀਇੰਗ ਆਰਟਿਸਟ ਕੀ ਲੱਗਦੀ ਆ? ਮੈਨੂੰ ਲੱਗਦਾ ਜੇ ਤੁਸੀਂ ਹੁਣ ਮੈਂ ਇੱਥੇ ਆਵਾਂ, ਮੇਰੇ ਨਾਲ 4 ਬੰਦੇ ਹੁੰਦੇ ਆ, ਪਹਿਲੀ ਵਾਰ ਤਾਂ ਮੈਂ ਅੱਖਾਂ ਹੀ ਨਾ ਬਣਾਵਾਂ ਕਿਸੇ ਨੂੰ ਬੰਦਾ ਹੀ ਨਾ ਸਮਝਾਂ, ਹੈਗੇ ਨੇ ਕਈ ਆਰਟਿਸਟ, ਬੰਦਾ ਨਾ ਸਮਝਾਂ, ਕਿਸੇ ਨੂੰ ਆ ਕੇ ਬੈਠ ਜਾਵਾਂ ਵੀ ਹਾਂਜੀ ਲਿਆਓ ਜੀ ਕੀ ਕਰਨਾ, ਬੋਲ ਬਾਣੀ ਉੱਦਾਂ ਦਾ ਐਟੀਟਿਊਡ, ਤਾਂ ਮੈਨੂੰ ਲੱਗਦਾ ਮੇਰਾ ਘਰੇ ਜਾ ਕੇ ਮੈਂ ਹੋਰ ਹੋਵਾਂ ਹੈ ਨਾ, ਤੇ ਬਾਹਰ ਆ ਕੇ ਮੈਂ ਆਪਣੀ ਸਟਾਰਗਿਰੀ ਜੀ ਝਾੜੀ ਜਾਵਾਂ, ਮੈਨੂੰ ਲੱਗਦਾ ਡਬਲ ਫੇਸ ਹੁੰਦਾ ਕਿਤੇ ਨਾ ਕਿਤੇ ਜੀ। ਤੇ ਮੈਨੂੰ ਇੰਨਾ ਮੈਨੇਜ ਕਰਨਾ ਔਖਾ ਲੱਗਦਾ, ਮੇਰੇ ਤੋਂ ਮੈਨੇਜ ਨਹੀਂ ਹੋਣਾ। ਠੀਕ ਹੈ, ਜਿਹੜਾ ਰੀਅਲ ਹੈ ਉਹ ਸਹੀ ਲੱਗਦਾ, ਮੈਨੇਜ ਵੀ ਸੌਖਾ ਹੋ ਜਾਂਦਾ। ਦਿਹਾੜੀ ਤੇ ਕੰਮ ਕਰਨ ਵਾਲਾ ਕੱਲ੍ਹ ਨੂੰ ਕਿਸੇ ਕੰਪਨੀ ਦਾ ਮਾਲਕ ਵੀ ਬਣ ਸਕਦਾ ਜੀ, ਤੇ ਕੋਈ ਲੱਖਾਂ ਕਰੋੜਾਂ ਦੀ ਕੰਪਨੀ ਦਾ ਮਾਲਕ ਕੱਲ੍ਹ ਨੂੰ ਕੰਗਾਲ ਵੀ ਹੋ ਸਕਦਾ ਜੀ। ਸੋ ਮੈਂ ਤਾਂ ਇਹੀ ਕਹਿੰਦਾ ਹੁੰਦਾ ਅੱਗੇ ਵੀ ਤੁਸੀਂ ਫੋਕਸ ਰੱਖਿਆ ਕਰੋ ਆਪਣੇ ਕੰਮ ਤੇ ਕਿ ਆਪਾਂ ਕੀ ਕੀਤਾ, ਮੈਂ ਕੀ ਕੀਤਾ ਇੱਥੇ। ਮੈਂ ਸਿਰਫ 10 ਮਿੰਟ 20 ਮਿੰਟ ਲਾ ਕੇ ਕਮੈਂਟ ਕੀਤਾ ਕਿਸੇ ਦੀ ਪੋਸਟ ਤੇ, ਕਿਸੇ ਨੂੰ ਗਾਲਾਂ ਕੱਢੀਆਂ, ਮਾਂ ਪਿਓ ਨੂੰ ਗਾਲਾਂ ਕੱਢੀਆਂ, ਉਹਨਾਂ ਨੂੰ ਡਿਸਰਿਸਪੈਕਟ ਕੀਤਾ, ਜਾਂ ਬਾਹਰ ਜਾ ਕੇ ਗੇੜੀਆਂ ਮਾਰ ਕੇ ਆ ਗਿਆ, ਤੇਲ ਜੋਗੇ ਪੈਸੇ ਹੈਗੇ ਮੋਟਰਸਾਈਕਲ 'ਚ ਆ ਕੇ ਬੈਠ ਗਿਆ, ਬਸ ਫਿਰ ਟੀਵੀ ਚਲਾ ਲਿਆ, ਰੋਟੀ ਖਾ ਲਈ, ਸੌ ਲਿਆ, ਉੱਠ ਗਿਆ। ਮੈਂ ਕੀ ਕੀਤਾ ਲਾਈਫ ਦੇ ਵਿੱਚ, ਇਹ ਦੇਖੋ ਨਾ। ਮੈਨੂੰ 1000 ਬੰਦਾ ਗਾਲਾਂ ਕੱਢਦਾ ਹੋਊਗਾ, ਲੱਖ ਕੱਢਦਾ ਹੋਊਗਾ, ਮੈਂ ਰਿਐਲਿਟੀ ਦੱਸ ਰਿਹਾ ਤੁਹਾਨੂੰ। 1000 ਲੱਖ ਕਰੋੜ ਜਿੰਨੇ ਬੰਦੇ ਮੈਨੂੰ ਜਾਣਦੇ ਆ ਉਹ ਗਾਲਾਂ ਕੱਢਦੇ ਹੋਊਗੇ, ਸਮਝ ਲਓ। ਜਾਣਦੇ ਤਾਂ ਹੈ ਨਾ, ਕੁਛ ਕੀਤਾ ਕਰਕੇ ਜਾਣਦੇ ਨੇ, ਤਾਂ ਹੀ ਗਾਲਾਂ ਕੱਢਦੇ ਹੋ, ਨਾਂ ਲੈ ਕੇ ਕੱਢਦੇ ਹੋ, ਪਤਾ ਹੈ ਨਾ ਤੁਹਾਨੂੰ। ਤੁਹਾਨੂੰ ਨਹੀਂ ਕੋਈ ਕੱਢ ਦਿੰਦਾ, ਪਹਿਲਾਂ ਉਹਦੇ ਲਈ ਪਛਾਣ ਬਣਾਉਣੀ ਪੈਂਦੀ ਹੈ। ਮੈਨੂੰ ਤਾਂ ਪਤਾ ਨਹੀਂ ਲੱਗਾ, ਮੈਂ ਹਲੇ ਬੰਟਾ ਐ ਮਾਰਨੇ ਲੱਗਾ ਸੀ, ਚੱਪਲ ਘੁੰਮਦੀ ਆਈ। ਉਹ ਐਕਚੁਅਲੀ ਡੈਡੀ ਦਾ ਨਿਸ਼ਾਨਾ ਨਹੀਂ ਲੱਗਾ ਸੀ, ਮੇਰੀ ਚੱਪਲ ਤਾਂ ਡੈਡੀ ਵਾਲੀ ਸੀ। ਹੋਮ ਦਾ ਇੰਡਸਟਰੀ 'ਚ ਤਾਂ ਮੈਨੂੰ ਕਿਸੇ ਨੇ ਨਹੀਂ ਕੀਤਾ, ਐਵੇਂ ਝੂਠ ਬੋਲਾਂ ਮੈਂ। ਬਿਲਕੁਲ ਸਾਫ਼ ਸਪਸ਼ਟ ਤੁਸੀਂ ਜਵਾਬ ਦਿੱਤਾ ਇਸ ਗੱਲ ਤਾਂ ਹੈ ਹੀ, ਸਾਫ਼ ਸਪਸ਼ਟ, ਕਿਸੇ ਨੇ ਵੀ ਨਹੀਂ ਕੀਤਾ। ਇੰਡਸਟਰੀ ਵੀ ਦੇਖਦੀ ਹੋਣੀ ਹੈ, ਦੇਖ ਲਵੇ। ਐਪਰੀਸ਼ੀਏਟ ਕਰਨ ਵਾਲਾ ਮੈਨੂੰ ਲੱਗਦਾ ਨਹੀਂ ਇਹਨਾਂ 'ਚ ਹੈਗਾ, ਕੀੜਾ ਕਾਣ ਕੀ ਕਹਿੰਦੇ ਹੁੰਦੇ ਉਹਨੂੰ, ਤੱਤ। ਮੈਂ ਕਹਿੰਦਾ ਜੀ ਵਧੀਆ ਨਾ ਬਣੋ ਤਾਂ ਚੰਗਾ, ਨਹੀਂ ਬਣੋ। ਹਾਂ, ਕਿਉਂ? ਮਾੜਾ ਬੰਦਾ ਵਧੀਆ ਹੈ, ਬੈਡ ਗਾਇ। ਸਤਿ ਸ਼੍ਰੀ ਅਕਾਲ ਜੀ। ਜ਼ਿੰਦਗੀ ਨਾ ਰੁਕਣ ਦਾ ਨਾਮ ਹੈ, ਔਰ ਇਸ ਜ਼ਿੰਦਗੀ ਨੂੰ ਐਕਸੈਪਟ ਕਰਕੇ ਬੁਰੇ ਔਰ ਚੰਗੇ ਵਕਤ ਨੂੰ ਕੱਢਦਿਆਂ ਹੋਇਆ ਜਿਹੜਾ ਕਲਾਕਾਰ ਅੱਗੇ ਵੱਧਦਾ ਜਾਂਦਾ ਹੈ, ਉਹਨਾਂ ਵਿੱਚੋਂ ਇੱਕ ਕਲਾਕਾਰ ਸਾਡੇ ਨਾਲ ਬੈਠੇ ਨੇ। ਜ਼ਿੰਦਗੀ 'ਚ ਬਹੁਤ ਤਰ੍ਹਾਂ ਦਾ ਸਮਾਂ ਵੀ ਵੇਖਿਆ, ਲੇਕਿਨ ਇੱਕ ਲੰਬੀ ਰੇਸ ਤੋਂ ਬਾਅਦ ਅੱਜ ਉਹਨਾਂ ਨੇ ਜਿਹੜਾ ਮੁਕਾਮ ਹਾਸਿਲ ਕੀਤਾ ਹੈ ਉਹ ਵਾਕਈ ਕਾਬਿਲੇ ਤਾਰੀਫ ਹੈ। ਲੇਕਿਨ ਉਹਨਾਂ ਦੀ ਰੇਸ ਹਜੇ ਵੀ ਓਨੀ ਹੀ ਰਫ਼ਤਾਰ ਦੇ ਨਾਲ ਅੱਗੇ ਵੱਧ ਰਹੀ ਹੈ। ਵੈਰੀ ਟੈਲੈਂਟਡ ਸਿੰਗਰ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਐਂਡ ਹੈਪੀ ਨਿਊ ਈਅਰ। ਹੈਪੀ ਨਿਊ ਈਅਰ ਤੁਹਾਨੂੰ ਸਾਰਿਆਂ ਨੂੰ ਜਿਹਨੇ ਵੀ ਦੇਖ ਰਹੇ ਜੀ। ਸੋ ਕਿਹੋ ਜਿਹਾ ਰਿਹਾ ਨਿਊ ਈਅਰ? ਤੁਸੀਂ ਘੁੰਮ ਕੇ ਆਏ ਹੋ ਐਤਕੀ ਤਾਂ? ਬਹੁਤ ਵਧੀਆ ਜੀ, ਮੈਂ ਤਾਂ ਹਰੇਕ ਸਾਲ ਹੀ ਘੁੰਮਣ ਫਿਰਨ ਨੂੰ ਤਾਂ ਤੇਜ਼ ਹਾਂ। ਕਿੱਥੇ ਗਏ ਸੀ ਇਸ ਵਾਰ? ਅਸੀਂ ਨਾਰਕੰਡਾ, ਕੁਫਰੀ। ਓਕੇ, ਸੋ ਹਾਊ ਇਜ਼ ਯੋਰ ਟ੍ਰਿਪ? ਔਸਮ, ਘੈਂਟ ਸੀ। ਅੱਛਾ, ਹੁਣ ਤਾਂ ਮਤਲਬ ਜਿੱਦਾਂ ਇੱਕ ਤੁਸੀਂ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾ ਲਿਆ, ਹੁਣ ਲੋਕਾਂ 'ਚ ਪਛਾਣ ਹੋ ਗਈ ਹੈ ਨਾ। ਜਦੋਂ ਸਟਾਰਟ ਕੀਤਾ ਸੀ ਜਾਂ ਸਟਾਰਟ ਹੀ ਨਹੀਂ ਕੀਤਾ ਸੀ, ਉਦੋਂ ਵੀ ਘੁੰਮਣ ਫਿਰਨ ਜਾਂਦੇ ਹੋਵੋਗੇ? ਮੈਂ ਬਹੁਤ ਘੁੰਮਦਾ ਸੀ। ਕਿੰਨਾ ਕੁ ਡਿਫਰੈਂਸ ਹੈ ਸੰਗੇ? ਹੁਣ ਓਨਾ ਹੀ ਖੁੱਲੀ ਤਰੀਕੇ ਦੇ ਨਾਲ ਘੁੰਮ ਸਕਦੇ ਹੋ ਜਾਂ ਹਾਈਡ ਕਰਕੇ ਕੈਪਸ ਲੈ ਕੇ ਕੁਝ ਆਪਣੇ ਆਪ ਨੂੰ ਇੱਦਾਂ ਕਰਕੇ ਜਾਣਾ ਪੈਂਦਾ? ਮੈਨੂੰ ਨਾ ਹੁਣ ਵੀ ਜਦੋਂ ਮੈਂ ਗਿਆ ਸੀਗਾ ਤਾਂ ਮੈਨੂੰ ਨਾ ਇੱਦਾਂ ਲੱਗਦਾ ਸੀ, ਮੈਂ ਕਿਹਾ ਚੱਲ ਯਾਰ ਇੱਥੇ ਬੜਾ ਕੋਈ ਜਾਣਦਾ ਹੋਣਾ, ਇੱਥੇ ਵਧੀਆ ਚਿੱਲ ਮਾਰਦੇ ਆ ਨਾ, ਕੋਈ ਦੇਖਦਾ ਨਹੀਂ ਪੁੱਛਦਾ ਨਹੀਂ ਹੈ। ਮੈਂ ਕਿਹਾ ਇੱਥੇ ਬੜਾ ਕਿਸੇ ਨੂੰ ਕੀ ਹੈਗਾ, ਬਟ ਉੱਥੇ ਵੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਉੱਥੇ ਵੀ ਪਿਆਰ ਕਰਨ ਵਾਲੇ ਸੀਗੇ ਹੈ ਨਾ ਜੀ। ਤੇ ਹਾਂ, ਜਿੱਥੇ ਜਾਣਾ ਉੱਥੇ ਕੈਪ ਲੈ ਕੇ ਵੀ ਚਲੇ ਜਾਈਦਾ, ਜਿੱਥੇ ਨਹੀਂ
ਮਨ ਤੇ ਆ ਮੇਰੇ, ਜੀ। ਜਿੱਦਾਂ ਮੇਰਾ ਮਨ ਕਰਦਾ ਮੈਂ ਉਦਾਂ ਹੀ ਕਰ ਲੈਂਦਾ। ਓਕੇ ਸੋ ਲਾਸਟ ਈਅਰ ਬਹੁਤ ਅੱਛਾ ਗਿਆ ਤੁਹਾਡਾ ਹੈ ਨਾ, ਅਸੀਂ ਦੇਖਿਆ ਗਾਣੇ ਵੀ ਬਹੁਤ ਪਸੰਦ ਕੀਤੇ ਗਏ ਨੇ ਐਂਡ ਫਿਲਮ ਵੀ ਤੁਹਾਡੀ ਆਈ ਹੈ ਐਂਡ ਇਸ ਈਅਰ ਇੱਕ ਹੋਰ ਨਿਊ ਸਟੈਪ ਹੈ OTT ਪਲੇਟਫਾਰਮ ਜੋ ਕਿ ਇਸ ਟਾਈਮ ਬਹੁਤ ਜ਼ਿਆਦਾ ਵਾਸਟ ਹੋ ਚੁੱਕਿਆ, ਇਟਸ ਗਰੋਇੰਗ ਲਾਈਕ ਹੈ ਨਾ ਐਨੀਥਿੰਗ। ਸੋ ਤੁਹਾਡੀ ਫਿਲਮ ਉਸ 'ਤੇ ਆ ਰਹੀ ਹੈ ਤੇ ਕਿੰਨਾ ਕੁ ਡਿਫਰੈਂਸ ਤੁਸੀਂ ਵੇਖਦੇ ਹੋ ਐਂਡ ਸਿੰਗਰ ਵਾਟ ਡੂ ਯੂ ਵਾਂਟ ਟੂ ਡੂ ਕਿ ਹਾਂ ਮੈਂ ਇਸ ਸਾਲ 'ਚ ਹੁਣ ਆਹ ਚੀਜ਼ ਮੇਰੀ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਕਲਾਸਿਸ ਲੈ ਰਹੇ ਹੋ, ਯੂ ਆਰ ਲਰਨਿੰਗ ਰਾਈਟ ਨਾਓ। ਬਹੁਤ ਚੀਜ਼ਾਂ ਨੇ, ਕਾਫੀ ਚੀਜ਼ਾਂ ਮੈਂ ਇਸ ਸਾਲ ਤੁਹਾਨੂੰ ਕਰਕੇ ਟਰਾਈ ਕਰਦਾ ਕਿ ਕਰਨ ਦੀਆਂ ਹੈ ਨਾ, ਬਹੁਤ ਚੀਜ਼ਾਂ 'ਤੇ ਵਰਕ ਕਰ ਰਿਹਾ ਵਾਂ ਅਤੇ ਮਿਹਨਤ ਕਰਦਾ ਪਿਆ ਵਾਂ ਅਤੇ ਟਰਾਈ ਕਰੂੰਗਾ ਕੁਛ ਵਧੀਆ ਕਰਨ ਦੀ ਕੋਸ਼ਿਸ਼ ਕਰੂੰਗਾ, ਨਵਾਂ ਕੁਛ ਕਰਨ ਦੀ। ਜੀ ਅੱਛਾ, ਅਸੀਂ ਨਾ ਜਦੋਂ ਫੋਰ ਐਗਜ਼ਾਮਪਲ ਅਸੀਂ ਘਰ 'ਚ ਪੜ੍ਹਾਈ ਕਰਦੇ ਹਾਂ ਹੈ ਨਾ, ਨੰਬਰ ਨਹੀਂ ਆਉਂਦੇ ਘਰ ਦੇ ਸਾਨੂੰ ਬਹੁਤ ਜ਼ਿਆਦਾ ਬੁਰਾ ਬੋਲਦੇ ਨੇ ਕਿ ਕਿਉਂ ਤੁਸੀਂ ਪੜ੍ਹਦੇ, ਜਦੋਂ ਕਿ ਸਾਨੂੰ ਪਤਾ ਹੁੰਦਾ ਅਸੀਂ ਪੜ੍ਹ ਕੇ ਗਏ ਹਾਂ। ਸੇਮ ਹੈ ਸਾਡੀ ਇੰਡਸਟਰੀ ਅਤੇ ਸਾਡੀ ਆਡੀਅנס ਦਾ, ਜੇ ਦੋਨਾਂ ਦਾ ਗਿਵ ਐਂਡ ਟੇਕ ਦੇਖੀਏ। ਸਿੰਗਰ ਤੁਸੀਂ ਇਸ ਗੱਲ ਤੋਂ ਕਿਤੇ ਨਾ ਕਿਤੇ ਇਰੀਟੇਟ ਹੁੰਦੇ ਹੋ ਜਾਂ ਤੁਸੀਂ ਇਸ ਗੱਲ ਨੂੰ ਕਿਤੇ ਨਾ ਕਿਤੇ ਸੋਚਣ 'ਤੇ ਮਜਬੂਰ ਹੁੰਦੇ ਹੋ ਕਿ ਆਰਟਿਸਟ ਕਿੰਨੀ ਵੀ ਮਿਹਨਤ ਕਰ ਲੇ ਉਹਦੇ ਕੰਮ ਨੂੰ ਉਵੇਂ ਜੱਜ ਨਹੀਂ ਕੀਤਾ ਜਾਂਦਾ ਜਿੱਦਾਂ ਉਹ ਹਾਰਡ ਵਰਕ ਕਰਦਾ, ਜਿਹੜੀ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਚੰਗੀ ਜਾਂ ਮਾੜੀ, ਲੋਕੀ ਉਵੇਂ ਹੀ ਉਹਨੂੰ ਦੇਖਦੇ ਰਹਿੰਦੇ ਨੇ। ਸੋ ਬੀਇੰਗ ਅ ਆਰਟਿਸਟ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਗਲਤ ਗੱਲ ਹੈ ਇਹ ਹੈ ਨਾ, ਅਤੇ ਤੁਸੀਂ ਇਨਸਾਨ ਦੇਖਿਆ ਕਰੋ ਮੋਰੇ, ਕੰਮ ਦੇਖਿਆ ਕਰੋ ਉਹਦਾ ਹੈ ਨਾ। ਮੈਨੂੰ ਤਾਂ ਇਹ ਲੱਗਦਾ ਕਿ ਕੰਮ ਇਨਸਾਨ ਉਹ ਮਾਇਨੇ ਰੱਖਦਾ ਹੈ ਅਤੇ ਬਾਕੀ ਜੋ ਚੀਜ਼ਾਂ ਨੇ ਉਹ ਥੋੜ੍ਹੇ ਟਾਈਮ ਲਈ ਨੇ। ਕੋਈ ਗਲਤ ਐਲੀਗੇਸ਼ਨਸ ਹੋ ਗਏ ਜਾਂ ਨੈਗੇਟਿਵਿਟੀ ਹੋ ਗਈ ਜਾਂ ਕੁਛ ਵੀ ਇੱਦਾਂ ਦਾ ਹੋ ਗਿਆ, ਉਹ ਮੈਨੂੰ ਲੱਗਦਾ ਕਿ ਥੋੜ੍ਹੇ ਟਾਈਮ ਲਈ ਨੇ। ਅਗਰ ਤੁਸੀਂ ਪੋਜ਼ੀਟਿਵ ਹੋ, ਰੀਅਲ ਹੋ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਮੈਨੂੰ ਲੱਗਦਾ। ਹਾਂਜੀ, ਅਨਸਟਾਪੇਬਲ ਹੋ ਜਾਣਾ ਅਸੀਂ। ਓਕੇ ਸੋ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ, ਤੁਸੀਂ ਗੱਡੀ ਲਈ ਹੈ ਨਵੀਂ। ਥੈਂਕ ਯੂ ਜੀ। 2020 'ਚ ਤੁਸੀਂ ਰੇਂਜ ਰੋਵਰ ਲਈ ਸੀ, ਤੁਸੀਂ ਕਿਹਾ ਸੀ ਦੂਜੀ ਗੱਡੀ ਪਰ ਪਹਿਲੀ ਰੇਂਜ ਰੋਵਰ। ਹਾਂਜੀ ਹੈ ਨਾ, ਸੋ ਮਿਹਨਤ ਦੀ ਕਮਾਈ ਦੀ ਤੀਜੀ ਗੱਡੀ ਵੀ ਹੁਣ ਤਾਂ ਲੈ ਲਈ ਹੈ ਤੁਸੀਂ। ਪਹਿਲੀ ਕਿਹੜੀ ਸੀ? ਪਹਿਲੀ ਫੋਰਚੂਨਰ ਲਈ ਸੀ, ਜਿਹੜੀ ਮੈਂ ਜੜ ਦੀ ਕਲਿੱਪ ਗਾਣਾ ਕਰਨ ਤੋਂ ਬਾਅਦ ਵਿੱਚ ਫੋਰਚੂਨਰ ਲਈ ਸੀ ਬਲੈਕ। ਓਕੇ ਹਾਂਜੀ। ਤੇ ਸਿੰਗੇ ਵੈਸੇ ਤਾਂ ਸੁਪਨਾ ਮੁੰਡਿਆਂ ਦਾ ਗੈਜਟਸ ਹੋ ਗਈਆਂ, ਗੱਡੀਆਂ ਹੋ ਗਈਆਂ, ਘੁੰਮਣਾ ਹੋ ਗਿਆ, ਹੁੰਦਾ ਹੀ ਹੈ, ਲੇਕਿਨ ਸਿੰਗੇ ਨੇ ਪਹਿਲੀ ਵਾਰ ਸੁਪਨਾ ਕਦੋਂ ਲਿਆ ਸੀ? ਆਪਣੇ ਡੈਡ ਨੂੰ ਦੇਖ ਕੇ, ਮਮ ਨੂੰ ਦੇਖ ਕੇ ਵੀ ਹਾਂ ਮੈਂ ਆਪਦੀ ਗੱਡੀ ਲਊਂਗਾ ਤੇ ਮੰਮਾ ਪਾਪਾ ਨੂੰ ਬਿਠਾਊਂਗਾ? ਨਹੀਂ, ਮੈਂ ਇੱਦਾਂ ਦਾ ਸੁਪਨਾ ਨਹੀਂ ਲਿਆ ਜੀ। ਅੱਛਾ, ਕਿੱਦਾਂ ਦਾ ਸੁਪਨਾ ਲਿਆ? ਮੈਂ ਵੀ ਕਹੀ ਜਾਵਾਂ ਜੀ, ਮੈਨੂੰ ਐਕਚੁਅਲੀ ਮੇਰੇ ਸੁਪਨੇ ਹੋਰ ਨੇ। ਮੈਂ ਚਾਹੁੰਦਾ ਕਿ ਕੁਛ ਇੱਦਾਂ ਦਾ ਕਰਾਂ ਕਿ ਉਹਨਾਂ ਨੂੰ ਪ੍ਰਾਊਡ ਫੀਲ ਕਰਾਵਾਂ ਕਿਸੇ ਵੀ ਕੰਮ 'ਚ। ਗਾਣੇ ਹੋ ਗਏ, ਮੂਵੀ ਹੁਣ ਰਿਲੀਜ਼ ਹੋਈ ਸੀ ਮੇਰੀ ਗੱਡੀ ਲਈ ਆ, ਚਾਹੇ ਕੋਈ ਵੀ ਛੋਟੇ ਕੰਮ ਹੋਣ, ਬਸ ਪ੍ਰਾਊਡ ਫੀਲ ਕਰਨ ਕਿ ਹਾਂ ਯਾਰ ਸਿੰਘ ਆ ਸਾਡਾ ਪੁੱਤ ਆ, ਹੈ ਨਾ। ਉਹੀ ਚੀਜ਼ ਚਾਹੁੰਦਾ ਬਸ ਮੈਂ। ਗੱਡੀਆਂ ਤਾਂ ਹਰ ਕੋਈ ਲੈ ਹੀ ਲੈਂਦਾ ਹੈ, ਗੱਡੀ ਦਾ ਕੀ ਹੈ। ਮਿਹਨਤ ਕਰੋਗੇ ਤੁਸੀਂ, ਮਿਹਨਤ ਕਰਦੇ ਹੋ ਤਾਂ ਅਗਰ ਕਰਦੇ ਹੋ ਤੁਹਾਨੂੰ ਗੱਡੀ ਕੋਈ ਵੱਡੀ ਬਹੁਤੀਆਂ ਐਡੀਆਂ ਵੱਡੀ ਸੌਗਾਤ ਨਹੀਂ ਹੈ ਕਿ ਜਿਹੜੀ ਇਨਸਾਨ ਬੰਦੇ ਸਾਰੇ ਜਿਹੜੇ ਕੰਮ ਕਰਦੇ ਨੇ, ਮੈਂ ਹੋਰ ਵੀ ਹਾਰਡ ਵਰਕ ਕਰਦੇ ਨੇ, ਮੈਂ ਇਹੀ ਕਹਿੰਦਾ ਕੋਈ ਐਡੀ ਵੱਡੀ ਉਹ ਨਹੀਂ ਹੈਗੀ, ਕੋਹੀਨੂਰ ਦਾ ਹੀਰਾ ਨਹੀਂ ਹੈਗਾ ਜਿਹੜਾ ਤੁਸੀਂ ਲੈ ਨਹੀਂ ਸਕਦੇ। ਗੱਡੀ ਹੈ ਅਤੇ ਬਾਹਰ ਨਿਕਲ ਕੇ ਦੇਖ ਲਓ, ਸੜਕ 'ਤੇ ਹਜ਼ਾਰਾਂ ਲੱਖਾਂ ਗੱਡੀ ਤੁਰੀ ਫਿਰਦੀ। ਦੇਖੋ ਸੋਚ ਹੁੰਦੀ ਹੈ ਨਾ, ਤੁਹਾਡੀ ਸੋਚ ਹੈ ਕਿ ਇਟਸ ਨਾਟ ਅ ਬਿਗ ਡੀਲ, ਤੁਸੀਂ ਮਿਹਨਤ ਕਰੋਗੇ, ਕਮਾਈ ਕਰੋਗੇ ਤਾਂ ਸਭ ਕੁਝ ਆਪਣੇ ਆਪ ਆ ਜਾਊਗਾ। ਲੇਕਿਨ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਬੜਾ ਗਰੋ ਕਰ ਰਹੀ ਹੈ, ਬਹੁਤ ਅੱਛੇ ਆਰਟਿਸਟ ਨੇ, ਬਹੁਤ ਹਾਰਡ ਵਰਕ ਤੋਂ ਬਾਅਦ ਤੁਹਾਨੂੰ ਪਲੇਟਫਾਰਮ ਮਿਲਦਾ ਹੈ ਨਾ, ਪਰ ਕਲਾਕਾਰ ਉਦੋਂ ਵੀ ਹੁੰਦੇ ਸੀ ਜਿਹੜੇ ਸਾਈਕਲਾਂ ਤੱਕ ਹੀ ਰਹਿ ਗਏ, ਜਿਨ੍ਹਾਂ ਦੀ ਪੋਸ਼ਾਕ ਪਹਿਰਾਵਾ ਵੀ ਬੜਾ ਕੁਰਤਾ ਚਾਦਰਾ ਤੱਕ ਹੀ ਸੀਗਾ, ਹੈ ਨਾ। ਹੁਣ ਬ੍ਰਾਂਡਸ ਨੇ, ਹੁਣ ਗੱਡੀਆਂ ਨੇ, ਹੁਣ ਕੋਠੀਆਂ ਨੇ, ਹੁਣ ਵੱਡੇ ਪਲੇਟਫਾਰਮਸ ਨੇ, ਲੇਕਿਨ ਉਹ ਰਿਸਪੈਕਟ ਕਿਤੇ ਨਾ ਕਿਤੇ ਜਿਹੜੀ ਲੂਜ਼ ਹੋ ਰਹੀ ਆ, ਉਹਦੀ ਵਜ੍ਹਾ ਤੁਹਾਨੂੰ ਬੀਇੰਗ ਆਰਟਿਸਟ ਕੀ ਲੱਗਦੀ ਆ? ਰਿਸਪੈਕਟ ਕਿਹਦੀ ਲੂਜ਼ ਹੋ ਰਹੀ ਆ? ਇੰਡਸਟਰੀ ਦੀ ਕਹਿ ਲਓ ਜਾਂ ਆਰਟਿਸਟ ਦੀ ਕਹਿ ਲਓ। ਮਤਲਬ ਅੱਛਾ, ਤੁਸੀਂ ਕਹਿੰਦੇ ਹੋ ਕਿ ਮਤਲਬ ਜਿਹੜੇ ਆਰਟਿਸਟ ਪਹਿਲਾਂ ਸੀਗੇ ਸਿੰਪਲ ਸੀਗੇ, ਉਹਨਾਂ ਦੀ ਲੋਕ ਜ਼ਿਆਦਾ ਰਿਸਪੈਕਟ ਕਰਦੇ ਸੀ, ਹੈ ਨਾ। ਹਾਂ, ਤੇ ਹੁਣ ਲੋਕ ਜਿੱਦਾਂ ਆਰਟਿਸਟ ਹੁਣ ਪੈਰਾਮੀਟਰ ਹੋ ਗਿਆ ਕਿ ਆਰਟਿਸਟ ਜੇ ਵੱਡਾ ਹੈ ਕਿਉਂਕਿ ਉਹਨੇ ਬ੍ਰਾਂਡ ਅੱਛੇ ਪਾਏ ਨੇ, ਉਹਦੇ ਕੋਲ ਗੱਡੀ ਵੱਡੀ ਆ, ਉਹਨੇ ਸ਼ੋਅ ਇੰਨਾ ਵੱਡਾ ਲਗਾਇਆ, ਉਹਦਾ ਰੇਟ ਇੰਨਾ ਹੈ ਪਰ ਸ਼ੋਅ ਦੇ ਹਿਸਾਬ ਦੇ ਨਾਲ। ਹੁਣ ਪੈਰਾਮੀਟਰ ਉਸ ਹਿਸਾਬ ਦੇ ਨਾਲ ਮਾਪਿਆ ਜਾਂਦਾ ਹੈ। ਆਈ ਮੀਨ ਕੀ ਸੋਚਦੇ ਹੋ ਤੁਸੀਂ ਬੀਇੰਗ ਆਰਟਿਸਟ, ਵੀ ਇਹ ਗਲਤ ਹੈ ਜਾਂ ਸਹੀ ਆ? ਇਹ ਸਹੀ ਤਾਂ ਨਹੀਂ ਹੈਗਾ, ਮੈਨੂੰ ਲੱਗਦਾ ਕਿ ਸਹੀ ਤਾਂ ਨਹੀਂ ਹੈਗਾ, ਹੈ ਨਾ, ਕਿਉਂਕਿ
ਕਿਸੇ ਟਾਈਮ ਤੇ ਕੁਝ ਵੀ ਹੋ ਸਕਦਾ। ਰਾਈਟ। ਕੋਈ ਦਿਹਾੜੀ ਤੇ ਕੰਮ ਕਰਨ ਵਾਲਾ ਕੱਲ ਨੂੰ ਕਿਸੇ ਕੰਪਨੀ ਦਾ ਮਾਲਕ ਵੀ ਬਣ ਸਕਦਾ ਜੀ। ਤੇ ਕੋਈ ਲੱਖਾਂ ਕਰੋੜਾਂ ਦੀ ਕੰਪਨੀ ਦਾ ਮਾਲਕ ਕੱਲ ਨੂੰ ਕੰਗਾਲ ਵੀ ਹੋ ਸਕਦਾ ਜੀ। ਸੋ ਮੈਂ ਤਾਂ ਇਹੀ ਕਹਿੰਦਾ ਹੁਣ ਅੱਗੇ ਵੀ ਤੁਸੀਂ ਫੋਕਸ ਰੱਖਿਆ ਕਰੋ ਆਪਣੇ ਕੰਮ ਤੇ ਕਿ ਆਪਾਂ ਕੀ ਕੀਤਾ, ਮੈਂ ਕੀ ਕੀਤਾ ਇੱਥੇ। ਮੈਂ ਸਿਰਫ 10 ਮਿੰਟ 20 ਮਿੰਟ ਲਾ ਕੇ ਕਮੈਂਟ ਕੀਤਾ ਕਿਸੇ ਦੀ ਪੋਸਟ ਤੇ, ਕਿਸੇ ਨੂੰ ਗਾਲਾਂ ਕੱਢੀਆਂ, ਮਾਪਿਓ ਨੂੰ ਗਾਲਾਂ ਕੱਢੀਆਂ, ਉਹਨਾਂ ਨੂੰ ਡਿਸਰਿਸਪੈਕਟ ਕੀਤਾ, ਜਾਂ ਬਾਹਰ ਜਾ ਕੇ ਗੇੜੀਆਂ ਮਾਰ ਕੇ ਆ ਗਿਆ, ਤੇਲ ਜੋਗੇ ਪੈਸੇ ਹੈਗੇ ਮੋਟਰਸਾਈਕਲ 'ਚ ਆ ਕੇ ਬੈਠ ਗਿਆ, ਬਸ ਫਿਰ ਟੀਵੀ ਚਲਾ ਲਿਆ, ਰੋਟੀ ਖਾ ਲਈ, ਸੌ ਲਿਆ, ਉੱਠ ਗਿਆ। ਮੈਂ ਕੀ ਕੀਤਾ ਲਾਈਫ ਦੇ ਵਿੱਚ ਇਹ ਦੇਖੋ ਨਾ। ਰਾਈਟ। ਕਿਸੇ ਨੂੰ ਕਹਿਣ ਤੋਂ ਪਹਿਲਾਂ ਮੈਨੂੰ ਲੱਗਦਾ ਜੀ, ਮੈਨੂੰ ਇੰਨਾ ਆ, ਮੈਨੂੰ 1000 ਬੰਦਾ ਗਾਲਾਂ ਕੱਢਦਾ ਹੋਊਗਾ, ਲੱਖ ਕੱਢਦਾ ਹੋਊਗਾ, ਮੈਂ ਰਿਐਲਿਟੀ ਦੱਸ ਰਿਹਾ ਤੁਹਾਨੂੰ। ਹਾਂਜੀ। 1000 ਲੱਖ ਕਰੋੜ ਜਿੰਨੇ ਬੰਦੇ ਮੈਨੂੰ ਜਾਣਦੇ ਆ ਉਹ ਗਾਲਾਂ ਕੱਢਦੇ ਹੋਊਗੇ, ਸਮਝ ਲਓ। ਜਾਣਦੇ ਤਾਂ ਹੈ ਨਾ, ਜੀ, ਕੁਛ ਕੀਤਾ ਕਰਕੇ ਜਾਣਦੇ ਨੇ, Right. ਤਾਂ ਹੀ ਗਾਲਾਂ ਕੱਢਦੇ ਹੋ, ਨਾਂ ਲੈ ਕੇ ਕੱਢਦੇ ਹੋ, ਪਤਾ ਹੈ ਨਾ ਤੁਹਾਨੂੰ। ਜੀ। ਤੁਹਾਨੂੰ ਨਹੀਂ ਕੋਈ ਕੱਢ ਦਿੰਦਾ। ਪਹਿਲਾਂ ਉਹਦੇ ਲਈ ਪਛਾਣ ਬਣਾਉਣੀ ਪੈਂਦੀ ਆ। ਇਸ ਕਰਕੇ ਮੈਂ ਕਹਿੰਦਾ ਤੁਸੀਂ ਆਪਣਾ ਸਿਰਫ ਸੋਚਿਆ ਕਰੋ ਕਿ ਮੈਂ ਕੀ ਕੀਤਾ। ਜੀ। ਕਿਸੇ ਨੂੰ ਬੋਲਣ ਤੋਂ ਪਹਿਲਾਂ, ਨੈਗੇਟਿਵ ਦੇਣ ਤੋਂ ਪਹਿਲਾਂ, ਕੋਈ ਥਾਟ ਜਾਂ ਕੋਈ ਕਮੈਂਟ ਜਾਂ ਨੈਗੇਟਿਵਿਟੀ ਫੈਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲਓ ਕਿ ਮੈਂ ਘਰਦਿਆਂ ਨੂੰ ਖੁਸ਼ ਰੱਖਦਾ। ਰਾਈਟ। ਮੈਨੂੰ ਮੈਂ ਤਾਂ ਬੜਾ ਖੁਸ਼ ਰੱਖਦਾ ਯਾਰ। ਮੈਂ ਜਦੋਂ ਗੱਡੀ ਲਈ ਆ ਘਰਦਿਆਂ ਨੂੰ ਲੈ ਕੇ ਗਿਆ, ਨਾਲ ਅਵੀ ਨੂੰ ਲੈ ਕੇ ਗਿਆ। ਮੈਂ ਤਾਂ ਫਿਲਮ ਆਈ ਆ ਮੇਰੀ, ਚੱਲੇ ਚਾਹੇ ਨਾ ਚੱਲੇ, ਪਰ ਘਰਦੇ ਨੂੰ ਖੁਸ਼ ਰੱਖਿਆ ਮੈਂ। ਜੀ। ਉਹ ਪ੍ਰੀਮੀਅਰ ਤੇ ਘਰਦਿਆਂ ਨੂੰ ਲੈ ਕੇ ਗਿਆ। ਰਾਈਟ। ਤੁਸੀਂ ਕੀ ਕਰਦੇ ਹੋ? ਬਸ ਮੈਂ ਚਾਹੁੰਦਾ ਇਹ ਉਹ ਦੇਖੋ। ਬਿਲਕੁਲ। ਸੋ ਪੇਰੈਂਟਸ ਦੀ ਤੁਸੀਂ ਗੱਲ ਕੀਤੀ ਹੈ ਨਾ ਕਿ ਤੁਹਾਡੇ ਫਾਦਰ ਸਾਹਿਬ ਖੁਸ਼ੀ ਦੇ ਨਾਲ ਇਮੋਸ਼ਨਲ ਵੀ ਹੋਏ ਸੀਗੇ ਪ੍ਰੀਮੀਅਰ ਤੇ, ਮੈਂ ਕੁਝ ਵੀਡੀਓਜ਼ ਵੇਖੀਆਂ ਸੀਗੀਆਂ। ਸੋ ਹੁਣ ਤਾਂ ਚਲੋ ਪ੍ਰਾਊਡ ਮੂਮੈਂਟ ਸਟਾਰਟ ਹੋ ਗਿਆ, ਉਹਨੂੰ ਪਤਾ ਹੈ ਵੀ ਤੁਸੀਂ ਹਾਰਡ ਵਰਕ ਕਰ ਰਹੇ ਹੋ, ਅੱਗੇ ਵਧ ਰਹੇ ਹੋ, ਹੈ ਨਾ, ਬਿਨਾਂ ਰੁਕੇ ਹੋਏ, ਲੋਕਾਂ ਦੀ ਪਰਵਾਹ ਨਹੀਂ ਕਰ ਰਹੇਗੇ। ਕਦੀ ਸਕੂਲ ਵੱਲੋਂ, ਕਦੀ ਰਿਸ਼ਤੇਦਾਰਾਂ ਵੱਲੋਂ, ਕਦੀ ਆਂਢ ਗੁਆਂਢ ਵੱਲੋਂ ਉਲਾਮਾ ਵੀ ਗਿਆ ਘਰੇ? ਹਾਂਜੀ ਬਿਲਕੁਲ, ਜਾਂਦੇ ਰਹਿੰਦੇ ਨੇ। ਸ਼ਰਾਰਤੀ ਸੀ? ਬਹੁਤ ਜ਼ਿਆਦਾ। ਆਈ ਮੀਨ ਤੋੜ ਭੰਨ ਕਰਦੇ ਸੀਗੇ ਬੈਟ ਬਾਲ ਖੇਡ ਕੇ, ਜਾਂ ਫਿਰ ਹੋਰ ਤਰ੍ਹਾਂ ਦੀਆਂ ਸ਼ਰਾਰਤਾਂ? ਤੋੜ ਭੰਨ ਵੀ ਕੀਤੀ ਕਾਫੀ। ਉਹ ਤਾਂ ਹੁਣ ਵੀ ਕਰ ਦਿੰਦਾ, ਮੈਨੂੰ ਸਾਈਕੋ ਜਿਹਾ ਕਦੇ ਕਦੇ ਹੋ ਜਾਂਦਾ ਜਦੋਂ ਮੈਨੂੰ ਗੁੱਸਾ ਆਉਂਦਾ ਹੈ। ਤੇ ਬਾਕੀ ਇਦਾਂ ਨਹੀਂ, ਇਦਾਂ ਠੀਕ ਹੈ, ਨਾਰਮਲ ਹੀ ਆ। ਉਹ ਪਾਗਲ ਨਹੀਂ ਹੈਗਾ ਮੈਂ। ਅੱਛਾ, ਜਦੋਂ ਕੋਈ ਵੀ ਬੱਚਾ ਵੱਡਾ ਹੋ ਜਾਂਦਾ ਨਾ, ਜਦੋਂ ਉਹ ਕੁਝ ਮਤਲਬ ਸਕਸੈਸ ਹੋ ਜਾਂਦਾ, ਜਦੋਂ ਘਰਦਿਆਂ 'ਚ ਬਹਿੰਦਾ ਨਾ, ਤੇ ਉਹ ਕੋਈ ਨਾ ਕੋਈ ਗੱਲ ਹਰ ਇੱਕ ਇਨਸਾਨ ਦੇ ਨਾਲ ਜੁੜੀ ਹੋਈ। ਤੈਨੂੰ ਯਾਦ ਹੈ ਤੂੰ ਛੋਟੇ ਹੁੰਦੇ ਇੱਦਾਂ ਕਰਦਾ ਸੀ, ਇੱਕੋ ਗੱਲ ਹਮੇਸ਼ਾ ਮੈਮਰੀ ਰਹਿੰਦੀ ਹੈ, ਉਹ ਸਿੰਗੇ ਦੀ ਕਿਹੜੀ ਹੈ? ਮੇਰੀ ਮੈਮਰੀ ਜਦੋਂ ਮੈਂ ਛੋਟਾ ਹੁੰਦਾ ਸੀ, ਹਾਂਜੀ, ਜਿਹੜੀ ਹਮੇਸ਼ਾ ਯਾਦ ਕਰਵਾਈ ਜਾਂਦੀ ਹੈ। ਮੈਨੂੰ ਘਰਦੇ ਤਾਂ ਨਹੀਂ ਕੁਝ ਵੀ ਯਾਦ ਕਰਾਉਂਦੇ। ਮੈਨੂੰ ਕੁਝ ਨਹੀਂ ਯਾਦ ਕਰਾਉਂਦੇ? ਘਰਦੇ ਕਹਿੰਦੇ ਨਾ ਹੀ ਯਾਦ ਕਰੀਏ ਤਾਂ ਚੰਗਾ। ਅੱਛਾ, ਵੀ ਬਹੁਤ ਹੀ ਨੋਟੀ ਸੀਗੇ? ਨਹੀਂ, ਮੈਂ ਸ਼ਰਾਰਤੀ ਤਾਂ ਬਹੁਤ ਸੀ, ਤੇ ਸਾਰੇ ਹੁੰਦੇ ਆ। ਤੇ ਬਾਕੀ ਠੀਕ ਹੈ, ਹਰ ਇੱਕ ਦਾ ਟਾਈਮ ਹੁੰਦਾ ਨਾ। ਝੂਠ ਬੋਲਦੇ ਸੀ ਤੁਸੀਂ ਘਰੇ? ਮੈਂ ਝੂਠ ਬੋਲਦਾ ਸੀ, ਸਾਰੇ ਬੋਲਦੇ ਯਾਰ। ਮੈਂ ਫੜੇ ਗਏ? ਹਾਂ, ਇੱਕ ਵਾਰੀ ਫੜਿਆ। ਨਹੀਂ ਫੜ, ਹਾਂ ਫੜ ਹੋ ਗਿਆ ਸੀ ਇੱਕ ਵਾਰੀ। ਕੀ ਬੋਲਿਆ ਸੀਗਾ ਮੈਂ? ਝੂਠ ਫੜੇ ਹੋਇਆ ਹੁਣ, ਝੂਠ ਤਾਂ ਬੋਲਦਾ ਹੀ ਸੀਗਾ। ਹਾਂ, ਮੈਂ ਝੂਠ ਦੀ ਮੈਂ ਦੱਸ ਦਿੰਦਾ ਤੁਹਾਨੂੰ। ਮੈਂ ਸੋਚ ਰਿਹਾ ਸੀ ਜਿਹੜਾ ਫਿਰ ਤੁਸੀਂ ਕਹਿਣਾ। ਮੈਂ ਟਿਊਸ਼ਨ ਤੇ ਜਾਂਦੇ ਹੁੰਦੇ ਸਾਰੇ ਜਵਾਕ ਜਦੋਂ ਹੁੰਦੇ ਨਾ, ਘਰਦਿਆਂ ਨੂੰ ਇਹ ਬੜਾ ਹੁੰਦਾ ਕਿ ਸਕੂਲ ਤੋਂ ਆਓ, ਟਿਊਸ਼ਨ ਤੇ ਜਾਓ, ਐਕਸਟਰਾ ਕਲਾਸਿਸ ਲਾਉਣ ਨਾਲ ਨੰਬਰ ਵਧੀਆ ਆ ਜਾਣਗੇ, ਹਨਾ। ਤੇ ਟਿਊਸ਼ਨ ਤੇ ਜਾਂਦਾ, ਮੈਂ ਟਿਊਸ਼ਨ ਤੇ ਨਹੀਂ ਗਿਆ ਨਾ, ਮੈਂ ਨਾ ਬਾਂਟੇ ਖੇਡਣ ਲੱਗ ਪਿਆ। ਤੇ ਘਰਦਿਆਂ ਨੂੰ ਕਹਿ ਕੇ ਟਿਊਸ਼ਨ ਤੇ ਚੱਲਣਾ ਨਾ, ਮੈਂ ਬੈਗ ਰੱਖਿਆ ਕਿਤੇ, ਬਾਂਟੇ ਬੂਟੇ ਖੇਡਣ ਲੱਗ ਪਿਆ ਨਾ। ਉਹ ਪਿੱਛੇ ਰੇਡ ਪੈ ਗਈ ਡੈਡੀ ਜੀ। ਮੈਨੂੰ ਤਾਂ ਪਤਾ ਨਹੀਂ ਲੱਗਾ, ਮੈਂ ਹਲੇ ਬਾਂਟਾ ਐ ਮਾਰਨੇ ਲੱਗਾ ਸੀ, ਚੱਪਲ ਘੁੰਮਦੀ ਆਈ। ਉਹ ਐਕਚੁਅਲੀ ਡੈਡੀ ਦਾ ਨਿਸ਼ਾਨਾ ਨਹੀਂ ਲੱਗਾ ਸੀ, ਮੈਂ ਕਿਹਾ ਚੱਪਲ ਤਾਂ ਡੈਡੀ ਵਾਲੀ ਸੀ। ਜਿੱਦਾਂ ਐ ਮੂੰਹ ਘੁੰਮ ਕੇ ਦੇਖਿਆ, ਲਓ ਬਾਕੀ ਨਾਲ ਜਿਹੜੇ ਖੇਡਦੇ ਸੀ ਉਹ ਤਾਂ ਉੜ ਗਏ। ਅੱਛਾ, ਬਸ ਫਿਰ ਮੇਰੇ ਫਿਰੀਆਂ। ਬਟ ਨਹੀਂ, ਬਹੁਤ ਅੱਛੀ ਗੱਲ ਹੈ ਜਦੋਂ ਅਸੀਂ ਫੇਲੀਅਰ ਔਰ ਸਕਸੈਸ ਨੂੰ ਨਾਲ ਲੈ ਕੇ ਤੁਰਦੇ ਹਾਂ, ਹੈ ਨਾ। ਸੋ ਤੁਸੀਂ ਅੱਜ ਜਦੋਂ ਆਰਟਿਸਟ ਬਣ ਗਏ ਹੋ, ਜਦੋਂ ਸਕਸੈਸਫੁਲ ਹੋ ਗਏ ਹੋ, ਫੇਲੀਅਰ ਔਰ ਸਕਸੈਸ ਨੂੰ ਕਿਵੇਂ ਵੇਖਦੇ ਹੋ? ਬਚਪਨ 'ਚ ਤਾਂ ਫਰਕ ਪੈਂਦਾ ਹੀ ਨਹੀਂਗਾ ਕੋਈ ਵੀ, ਹਾਂ, ਨਹੀਂ ਹੈ ਨਾ। ਤੇ ਹੁਣ ਮੈਨੂੰ ਲੱਗਦਾ ਜੇ ਫਰਕ ਪੈਣਾ ਵੀ ਨਹੀਂ ਚਾਹੀਦਾ। ਜੇ ਤੁਸੀਂ ਆਪਣੇ ਆਪ 'ਚ ਫਰਕ ਪਾਉਣ ਲੱਗ ਪਏ ਨਾ, ਫਿਰ ਤੁਸੀਂ ਡਬਲ ਫੇਸ ਹੋ ਜਾਓਗੇ, ਫਿਰ ਤੁਸੀਂ ਰੀਅਲ ਨਹੀਂ ਲੱਗੋਗੇ। ਮੈਨੂੰ ਲੱਗਦਾ ਜੇ ਤੁਸੀਂ ਹੁਣ ਮੈਂ ਇੱਥੇ ਆਵਾਂ, ਮੇਰੇ ਨਾਲ 4 ਬੰਦੇ ਹੁੰਦੇ ਆ, ਪਹਿਲੀ ਵਾਰ ਤਾਂ ਮੈਂ ਅੱਖਾਂ ਹੀ ਨਾ ਮਿਲਾਵਾਂ ਕਿਸੇ ਨਾਲ, ਕਿਸੇ ਨੂੰ ਬੰਦਾ ਹੀ ਨਾ ਸਮਝਾਂ। ਹੈਗੇ ਨੇ ਕਈ ਆਰਟਿਸਟ
ਜੀ ਬੰਦਾ ਨਾ ਸਮਝਾਂ ਕਿਸੇ ਨੂੰ ਆ ਕੇ ਬੈਠ ਜਾਵਾਂ ਵੀ ਹਾਂਜੀ ਲਿਆਓ ਜੀ ਕੀ ਕਰਨਾ, ਬੋਲ ਬਾਣੀ ਉੱਦਾਂ ਦਾ ਐਟੀਟਿਊਡ। ਤਾਂ ਮੈਨੂੰ ਲੱਗਦਾ ਮੇਰਾ ਘਰੇ ਜਾ ਕੇ ਮੈਂ ਹੋਰ ਹੋਵਾਂ ਹਨਾ, ਤੇ ਬਾਹਰ ਆ ਕੇ ਮੈਂ ਆਪਣੀ ਸਟਾਰਗਿਰੀ ਜੀ ਝਾੜੀ ਜਾਵਾਂ, ਮੈਨੂੰ ਲੱਗਦਾ ਡਬਲ ਫੇਸ ਹੋ ਜਾਊਗਾ ਉਹ ਕਿਤੇ ਨਾ ਕਿਤੇ ਜੀ। ਤੇ ਮੈਨੂੰ ਇੰਨਾ ਮੈਨੇਜ ਕਰਨਾ ਔਖਾ ਲੱਗਦਾ, ਮੇਰੇ ਤੋਂ ਮੈਨੇਜ ਨਹੀਂ ਹੋਣਾ। ਠੀਕ ਹੈ ਜਿਹੜਾ ਰੀਅਲ ਹੈ ਉਹ ਸਹੀ ਲੱਗਦਾ, ਮੈਨੇਜ ਵੀ ਸੌਖਾ ਹੋ ਜਾਂਦਾ। ਹਾਂਜੀ, ਤੁਸੀਂ ਹੁਣ ਇੱਕ ਗੱਲ ਕੀਤੀ ਸੀ, ਉਹ ਗੱਲ ਸੁਣ ਕੇ ਮੇਰੇ ਮਾਈਂਡ 'ਚ ਇੱਕ ਗੱਲ ਆਈ ਹੈ, ਕਿਉਂਕਿ ਆਰਟਿਸਟ ਮੈਨੂੰ ਲੱਗਦਾ ਨੋਰਮਲ ਲੋਕਾਂ ਨਾਲੋਂ ਜ਼ਿਆਦਾ ਭਾਵੁਕ ਹੁੰਦਾ ਹੈ ਨਾ, ਸਾਡੇ ਇਮੋਸ਼ਨਸ ਜ਼ਿਆਦਾ ਹੁੰਦੇ ਨੇ। ਕਹਿੰਦੇ ਕਲਾਕਾਰ ਨਾ ਨਾਰੀਅਲ ਵਾਂਗੂ ਹੁੰਦਾ, ਬਾਹਰੋਂ ਸਖਤ ਦਿਖਦਾ, ਉਹਦੀ ਬਾਹਰਲੀ ਸ਼ੋਅ ਹੋਰ ਹੁੰਦੀ ਹੈ, ਅੰਦਰੋਂ ਬਹੁਤ ਕੂਲਾ ਹੁੰਦਾ। ਸੋ ਤੁਸੀਂ ਗੱਲ ਕਰ ਰਹੇ ਸੀ ਜਦੋਂ ਨੈਗੇਟਿਵ ਪੋਜ਼ੀਟਿਵ ਕਮੈਂਟਸ ਦੀ ਗੱਲ ਆਉਂਦੀ ਹੈ ਤੇ ਅਨਡਾਊਟਡਲੀ ਪੋਜ਼ੀਟਿਵਿਟੀ ਜਾਂ ਕਹਿ ਲਓ ਕਿ ਸੈਲੀਬ੍ਰਿਟੀ ਟੂ ਸੈਲੀਬ੍ਰਿਟੀ ਜਿਹੜੀ ਅਪਰੀਸੀਏਸ਼ਨ ਹੁੰਦੀ ਹੈ ਉਹ ਬੰਦੇ ਨੂੰ ਬੜਾ ਬੂਸਟ ਕਰਦੀ ਹੈ। ਲੇਕਿਨ ਉੱਥੇ ਹੀ ਟੰਗ ਖਿੱਚਣਾ ਜਾਂ ਨੈਗੇਟਿਵ ਕਮੈਂਟਸ ਨੂੰ ਦੇਖਣਾ, ਤੁਸੀਂ ਸਿੰਗਾ ਕਿਸ ਤਰ੍ਹਾਂ ਇਸ ਚੀਜ਼ ਨੂੰ ਪੋਜ਼ੀਟਿਵਿਟੀ ਦੇ ਵਿੱਚ ਟਰਨ ਕਰਦੇ ਹੋ ਆਪਣੀ ਲਾਈਫ ਦੇ ਵਿੱਚ, ਕਿਸ ਤਰ੍ਹਾਂ ਇਸ ਚੀਜ਼ ਨੂੰ ਪੋਜ਼ੀਟਿਵਿਟੀ ਦੇ ਨਾਲ ਲੈਂਦੇ ਹੋ? ਮੈਂ ਤੁਹਾਨੂੰ ਇੱਕੋ ਹੀ ਹੁਣ ਗੱਲ ਦੱਸ ਕੇ ਹਟਿਆ ਕਿ ਅਸੀਂ ਗਾਲਾਂ ਕੱਢ ਦਿੰਦੇ ਹਾਂ ਸਾਰੇ ਜਾਣੇ ਲੋਕ ਹਨਾ, ਕਿਸੇ ਨੂੰ ਜੇ ਨਹੀਂ ਚੰਗਾ ਲੱਗਦਾ ਤਾਂ ਮਾੜਾ ਬੋਲ ਹੀ ਦਿੰਦੇ ਆ ਹਨਾ। ਬਸ ਇੰਨਾ ਧਿਆਨ ਰੱਖਿਆ ਕਰੋ ਕਿ ਮੈਂ ਕੀ ਕੀਤਾ ਕਿ ਲਾਈਫ ਦੇ ਵਿੱਚ ਮੈਂ ਕਿਸੇ ਨੂੰ ਮਾੜਾ ਕਹਿ ਰਿਹਾ, ਚਾਹੇ ਉਹ ਚੰਗਾ ਹੈ ਚਾਹੇ ਮਾੜਾ ਹੈ, ਮੈਨੂੰ ਉਹਨਾਂ ਫਰਕ ਨਹੀਂ ਪੈਂਦਾ। ਮਤਲਬ ਮੈਂ ਕਿਉਂ ਉਹਨੂੰ ਮਾੜਾ ਬੋਲ ਰਿਹਾ, ਮੈਨੂੰ ਚੰਗਾ ਨਹੀਂ ਲੱਗਦਾ ਪਿਆ, ਮੈਨੂੰ ਉਹਦੀ ਜ਼ੁਬਾਨ ਨਹੀਂ ਚੰਗੀ ਲੱਗਦੀ ਪਈ, ਮੈਨੂੰ ਉਹਦਾ ਕਰੈਕਟਰ ਨਹੀਂ ਚੰਗਾ ਲੱਗਦਾ ਪਿਆ, ਜਾਂ ਮੈਨੂੰ ਉਹਦਾ ਨੇਚਰ ਨਹੀਂ ਚੰਗਾ ਲੱਗਦਾ ਪਿਆ ਹਨਾ। ਉਹ ਚੀਜ਼ਾਂ ਨੂੰ ਅਗਰ ਮੈਨੂੰ ਕੋਈ ਕਹਿੰਦਾ ਯਾਰ ਮੈਨੂੰ ਲੱਗਦਾ ਕਿ ਚਲੋ ਵਾਹਿਗੁਰੂ ਕਿਰਪਾ ਤੂੰ ਮੈਨੂੰ ਜਾਣਦਾ ਤਾਂ ਹੈ ਯਾਰ, ਇੰਨਾ ਕੁਛ ਕੀਤਾ, ਮਿਹਨਤ ਕੀਤੀ, ਜਾਣਦਾ ਚੱਲ ਹੁਣ ਨਹੀਂ ਚੰਗਾ ਲੱਗਦਾ, ਇੱਕ ਦਿਨ ਤੈਨੂੰ ਮੈਂ ਚੰਗਾ ਲੱਗਣ ਲੱਗ ਜਾਊਗਾ, ਕਿੱਡੀ ਕੁ ਗੱਲ ਹੈ। ਟਾਈਮ ਦੀ ਗੱਲ ਹੁੰਦੀ ਹੈ, ਕਈ ਵੇਲੇ ਇਨਸਾਨ ਮਾੜੇ ਲੱਗਦੇ ਨੇ, ਕਈ ਵੇਲੇ ਇੱਦਾਂ ਦਾ ਹੋ ਜਾਂਦਾ ਹੈ ਕਿ ਉਹੀ ਜਾਨ ਤੋਂ ਪਿਆਰੇ ਬਣ ਜਾਂਦੇ ਨੇ। ਜੀ ਤੁਸੀਂ ਇੰਸਟਾ ਤੇ ਬਹੁਤ ਲੇਟ ਆਏ ਹੋ ਨਾ, ਆਈ ਮੀਨ ਤੁਹਾਡਾ ਅਕਾਊਂਟ? ਹਾਂਜੀ, ਮਤਲਬ ਯੂਜੂਅਲੀ ਜਿਹੜੇ ਸੈਲੀਬ੍ਰਿਟੀਜ਼ ਇੰਸਟਾ ਸਨੈਪਚੈਟ ਮੈਨੂੰ ਬਹੁਤ ਘੱਟ ਮੈਂ ਬਾਅਦ ਵਿੱਚ ਸ਼ੁਰੂ ਕੀਤੇ ਨੇ। ਹਾਂ, ਮੈਂ ਉਹੀ ਪੁੱਛਣ ਲੱਗੀ ਸੀ ਕਿ ਯੂਜੂਅਲੀ ਆਰਟਿਸਟ ਜਿਹੜੇ ਨੇ ਉਹ ਆਪਣੇ ਫੈਨਸ ਦੇ ਨਾਲ ਬਹੁਤ ਜ਼ਿਆਦਾ ਕਨੈਕਟਡ ਰਹਿੰਦੇ ਨੇ ਲਾਈਵ ਦੇ ਥਰੂ, ਫੋਟੋਜ਼ ਦੇ ਥਰੂ। ਤੁਸੀਂ ਫੋਟੋਜ਼ ਵੀ ਬੜੀਆਂ ਗਿਣੀਆਂ ਚੁਣੀਆਂ ਪਾਈਆਂ ਹੋਈਆਂ ਨੇ ਐਂਡ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹੋ, ਐਪਸ ਤੋਂ? ਨਹੀਂ, ਪਾ ਦਿੰਦਾ ਹੁੰਦਾ ਜਦੋਂ ਮੇਰਾ ਟਾਈਮ ਜਿਹਾ ਲੱਗਦਾ ਜਾਂ ਦਿਲ ਜਿਹਾ ਕਰਦਾ, ਤੇ ਮਤਲਬ ਠੀਕ ਹੈ। ਠੀਕ ਹੈ, ਫੈਨਸ ਨੂੰ ਰਿਪਲਾਈ ਜਿੰਨਾ ਕਰਦੇ ਕਿ ਹੋ? ਠੀਕ ਹੈ, ਉਹ ਜਿੰਨਾ ਕਿ ਠੀਕ ਹੈ। ਸੋ ਫੈਨਸ ਨੂੰ ਰਿਪਲਾਈ ਵਗੈਰਾ ਕਰਦੇ ਹੋ ਤੁਸੀਂ ਕਿੱਥੇ? ਸੋਸ਼ਲ ਐਪਸ ਤੇ? ਹਾਂਜੀ, ਫੈਨਸ ਨੂੰ ਐਕਚੁਅਲੀ ਮੈਂ ਇਕੱਲਾ ਨਹੀਂ ਚਲਾਉਂਦਾ, ਮੇਰਾ ਟੀਮ ਚਲਾਉਂਦੀ ਹੈ, ਟੀਮ ਹੈਂਡਲ 4 ਜਣੇ ਕਰਦੇ ਨੇ ਅਕਾਊਂਟਸ ਮੇਰੇ, ਤੇ ਰਿਪਲਾਈ ਕਰ ਵੀ ਦਿੰਦੇ ਹੋਣਗੇ। ਬਟ ਇੱਦਾਂ ਹੈ ਨਾ, ਇੱਕ ਤਾਂ ਕਲਯੁਗ ਹੈ, ਇਹ 'ਚ ਪਤਾ ਨਹੀਂ ਲੱਗਦਾ ਕੌਣ ਤੁਹਾਡਾ ਸੱਚੀ ਫੈਨ ਹੈ ਜਾਂ ਕੌਣ ਦਿਖਾਵਾ ਕਰ ਰਿਹਾ। ਤੇ ਹੁਣ ਮੈਨੂੰ ਨਹੀਂ ਪਤਾ ਕਿ ਕੱਲ ਨੂੰ ਮੇਰੀ ਗੱਲ ਦਾ ਬਣੂ ਕੇ ਕੋਈ ਉਲਟ ਪੇਸ਼ ਕਰ ਦੇਵੇ, ਫਿਰ ਕੀ ਕਰੂੰਗਾ ਮੈਂ? ਰਾਈਟ। ਸੋ ਤੁਸੀਂ ਵਾਈਬ ਦੀ ਗੱਲ ਕੀਤੀ ਹੈ ਕਿ ਪਤਾ ਨਹੀਂ ਲੱਗਦਾ ਹੈ ਨਾ, ਲੇਕਿਨ ਜਿਹੜੇ ਸੱਚੀ 'ਚ ਕਰਦੇ ਨੇ ਉਹਨਾਂ ਦਾ ਵੀ ਪਤਾ ਲੱਗਦਾ। ਸੋ ਹੁਣ ਤੱਕ ਦੀ ਜਰਨੀ ਦੇ ਵਿੱਚ ਕੋਈ ਮਿਲਿਆ ਇਹੋ ਜਿਹਾ ਫੈਨ ਜਿਹਨੂੰ ਮਿਲ ਕੇ ਦਿਲ ਖੁਸ਼ ਹੋਇਆ ਹੋਏ ਕਿ ਹਾਂ ਜੇ ਮੈਂ ਮਿਹਨਤ ਕੀਤੀ ਹੈ ਤੇ ਉਹ ਰੰਗ ਲਿਆਈ ਆ, ਵੀ ਲੋਕੀ ਹੈ ਜੋ ਦਿਲੋਂ ਪਿਆਰ ਕਰਦੇ ਨੇ? ਹਾਂਜੀ, ਜੰਮੂ ਅਸੀਂ ਕਠੂਆ ਸ਼ੋਅ ਲਾਉਣ ਗਿਆ ਸੀ ਮੈਂ ਹੁਣੇ, ਤੇ ਉੱਥੇ ਵੀ ਵੀਰੇ ਨੇ ਟੈਟੂ ਬਣਾਇਆ ਸੀਗਾ, ਤੇ ਵੀਰਾ ਗੱਡੀ ਦੇ ਨਾਲ ਭੱਜਿਆ ਆਇਆ ਸੀਗਾ। ਉਹਨੇ ਕਿਹਾ, ਕਹਿੰਦਾ ਵੀਰੇ ਗੱਡੀ ਰੁਕ। ਮੈਂ ਹਾਂਜੀ, ਤੇ ਕਹਿੰਦਾ ਵੀਰੇ ਬਹੁਤ ਵੱਡਾ ਫੈਨ। ਮੈਂ ਕਿਹਾ ਕਿਉਂ ਗੱਪ ਮਾਰੀ ਜਾਂਦੇ ਯਾਰ, ਮੈਂ ਕਿਹਾ ਇੱਦਾਂ ਇੱਥੇ ਕੋਈ ਹੋਰ ਹੁੰਦਾ ਤੂੰ ਕਹਿਣਾ ਸੀ ਉਹਦਾ ਵੱਡਾ ਫੈਨ, ਕਰਦੇ ਨੇ ਲੋਕ। ਤੇ ਕਹਿੰਦਾ ਨਹੀਂ ਵੀਰੇ, ਕਹਿੰਦਾ ਆ ਦੇਖੋ ਉਹਨੇ ਬਾਂਹ ਕੱਢੀ, ਉੱਥੇ ਸਿੰਘਾ ਲਿਖਾਇਆ ਹੋਇਆ ਸੀ ਜੀ। ਤੇ ਮੈਂ ਫਿਰ ਉਹਨਾਂ ਫੋਟੋ ਕਰਾਈ, ਫਿਰ ਮੈਂ ਸਨੈਪ 'ਤੇ ਥੈਂਕ ਯੂ ਕੀਤਾ ਉਹਦਾ, ਮੈਂ ਕਿਹਾ ਥੈਂਕ ਯੂ ਯਾਰ ਤੇਰਾ ਬਹੁਤ ਬਹੁਤ। ਤੇ ਮੈਂ ਕਿਹਾ ਮੇਰੀ ਗੱਲ ਦਾ ਗੁੱਸਾ ਨਾ ਮੰਨੀ, ਮੈਂ ਕਿਹਾ ਤੈਨੂੰ ਪਰਖ ਕੇ ਦੇਖਦਾ ਸੀ ਜੀ। ਕਹਿੰਦਾ ਨਹੀਂ, ਕਹਿੰਦਾ ਵੀਰੇ। ਤੇ ਸੋ ਮੈਨੂੰ ਬੜਾ ਚੰਗਾ ਲੱਗਦਾ, ਬਹੁਤ ਪਿਆਰ, ਬਹੁਤ ਸਤਿਕਾਰ ਉਹਨਾਂ ਨੇ। ਹਾਂਜੀ, ਸਾਡੇ ਦੋ ਪਰਿਵਾਰ ਹੁੰਦੇ ਨੇ, ਇੱਕ ਜਿੱਥੇ ਅਸੀਂ ਜਨਮ ਲੈਂਦੇ ਹਾਂ, ਵੱਡੇ ਹੁੰਦੇ ਹਾਂ, ਹੈ ਨਾ, ਦੂਜਾ ਪਰਿਵਾਰ ਜਿੱਥੇ ਅਸੀਂ ਕੰਮ ਕਰਦੇ ਹਾਂ। ਸਿੰਗੇ ਇੰਡਸਟਰੀ ਦੀ ਜੇਕਰ ਗੱਲ ਕਰੀਏ, ਸਭ ਤੋਂ ਵੱਧ ਅਪਰੀਸੀਏਸ਼ਨ ਕੌਣ ਕਰਦਾ ਹੈ ਤੁਹਾਡੇ ਗਾਣੇ ਜਾਂ ਫਿਲਮ ਜਾਂ ਕਿਸੇ ਵੀ ਚੀਜ਼ ਤੋਂ ਬਾਅਦ ਕਾਲ ਆਉਂਦੀ ਹੈ ਕਿ ਹਾਂਜੀ ਤੁਸੀਂ ਬਹੁਤ ਵਧੀਆ ਕੀਤਾ, ਜਾਂ ਫੇਸ ਟੂ ਫੇਸ ਮਿਲ ਕੇ ਤਾਰੀਫ ਕਰਦੇ ਹੋਣ? ਇਨ ਦਾ ਇੰਡਸਟਰੀ, ਫਰੋਮ ਦਾ ਇੰਡਸਟਰੀ? ਫਰੋਮ ਦਾ ਇੰਡਸਟਰੀ 'ਚ ਤਾਂ ਮੈਨੂੰ ਕਿਸੇ ਨੇ ਨਹੀਂ ਕੀਤਾ, ਐਵੇਂ ਝੂਠ ਬੋਲਾਂ ਮੈਂ? ਬਿਲਕੁਲ ਸਾਫ਼ ਸਪਸ਼ਟ ਤੁਸੀਂ ਜਵਾਬ ਦਿੱਤਾ ਇਸ ਗੱਲ ਤਾਂ ਹੈ ਹੀ, ਸਾਫ਼ ਸਪਸ਼ਟ, ਕਿਸੇ ਨੇ ਵੀ ਨਹੀਂ ਕੀਤਾ। ਇੰਡਸਟਰੀ ਵੀ ਦੇਖਦੀ ਹੋਣੀ ਆ, ਦੇਖ ਲਵੇ। ਐਪਰੀਸ਼ੀਏਟ ਕਰਨ ਵਾਲਾ ਮੈਨੂੰ ਲੱਗਦਾ ਨਹੀਂ ਇਹਨਾਂ 'ਚ ਹੈਗਾ, ਕੀੜਾ ਕਾਣ ਕੀ ਕਹਿੰਦੇ ਹੁੰਦੇ ਉਹਨੂੰ, ਤੱਤ ਜੀ। ਫਿਰ ਮੈਂ ਤੁਸੀਂ ਮੈਨੂੰ ਵੀ ਨਹੀਂ ਦੇਖਿਆ ਹੋਣਾ ਬਹੁਤਾ ਕਿਸੇ ਨਾਲ। ਮੈਂ ਪੁੱਛਣ ਹੀ ਲੱਗੀ ਸੀ, ਤੁਸੀਂ ਕੀਤਾ ਕਦੇ? ਮੈਨੂੰ ਨਹੀਂ, ਮੈਂ ਤਾਂ ਕਰੂੰਗਾ ਨਾ,
ਮੈਨੂੰ ਸਾਰੇ ਆਉਂਦੇ ਨੇ ਇਨਵੀਟੇਸ਼ਨ, ਹੁਣ ਸਾਰਿਆਂ ਦੇ ਆਉਂਦੇ ਨੇ। ਹਾਂਜੀ, ਤੁਸੀਂ ਨਹੀਂ ਜਾਂਦੇ? ਮੈਂ ਜਾਂਦਾ ਨਹੀਂ, ਮੈਨੂੰ ਇਦਾਂ ਲੱਗਦਾ ਰਹਿੰਦਾ ਯਾਰ ਉੱਥੇ ਜਾਊਂਗਾ ਮੈਂ ਤੇ ਉਹਨਾਂ ਨੇ ਹੱਸ ਕੇ ਮੋੜੇ ਫੇਸ ਤੇ ਹਾਂਜੀ ਹਾਂਜੀ ਜੀ ਵੀਰ ਜੀ ਭਾਜੀ ਡਾਰਲਿੰਗ ਜਾਨ, ਮੈਂ ਕਿਹਾ ਇਦਾਂ ਕਹਿ ਕੇ ਨਿਕਲ ਜਾਣਾ ਪਿੱਛੇ ਜਾ ਕੇ ਕਿਸੇ ਹੋਰ ਨਾਲ, ਹਨਾ ਜੀ ਜਾਨ ਜੀ ਡਾਰਲਿੰਗ ਹੋਰ ਭਰਾ। ਉਹ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹਿ ਕੇ ਹਟਿਆ, ਮੈਨੂੰ ਕੈਰੀ ਕਰਨਾ ਨਹੀਂ ਆਉਂਦਾ ਦੋ ਫੇਸ। ਸੋ ਉਹ ਫਿਰ ਮੈਨੂੰ ਲੱਗਦਾ ਯਾਰ ਮੈਂ ਜਾ ਕੇ ਕੀ ਕਰੂੰਗਾ, ਬੈਠੂਗਾ, ਖਾਣਾ ਪੀਣਾ ਤਾਂ ਉੱਦਾਂ ਨਹੀਂ ਖਾਂਦਾ ਮੈਂ ਬਹੁਤਾ, ਤੇ ਮੈਨੂੰ ਐਪਰੀਸ਼ੀਏਟ ਤਾਂ ਨਹੀਂ ਕੋਈ ਕਰਦਾ ਜੀ, ਮੈਨੂੰ ਲੱਗਦਾ ਪਤਾ ਨਹੀਂ ਬਾਕੀ ਕਰਦੇ ਹੋਣਗੇ ਜਿਹੜੇ ਵੀ ਕਰਦੇ ਆ ਮੇਰੇ ਭਰਾ। ਮੈਨੂੰ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ, ਤੁਸੀਂ ਮੈਨੂੰ ਐਪਰੀਸ਼ੀਏਟ ਕਰਦੇ ਹੋ, ਮੈਂ ਤੁਹਾਨੂੰ ਕਰੂੰਗਾ। ਤੇ ਬਟ ਕਿਸੇ ਨੇ ਇਦਾਂ ਕਿ ਸਾਫ਼ ਨਹੀਂ ਕਿਹਾ ਮੈਨੂੰ, ਸੱਚੀ ਗੱਲ ਦੱਸਦਾ ਮੈਂ, ਸਾਫ਼ ਕਦੇ ਨਹੀਂ ਕਿਸੇ ਨੇ ਕਿਹਾ ਕਿ ਯਾਰ ਸਿੰਘੇ ਵੀਰੇ ਬਹੁਤ ਸੋਹਣਾ ਕੀਤਾ ਤੂੰ, ਇੰਨਾ ਇੱਥੇ ਤੱਕ ਆਇਆ। ਤੇ ਪਰ ਕਰਨਗੇ ਆਉਣ ਵਾਲੇ ਟਾਈਮ 'ਚ ਹਿਲਾ ਕੇ ਰੱਖਦਾ। ਕਿਆ ਬਾਤ ਹੈ। ਸੋ ਪਰਮਾਤਮਾ ਕਰੇ ਕਿ ਤੁਹਾਡੇ ਸੁਪਨੇ ਸਾਰੇ ਪੂਰੇ ਹੋਣ। ਇਸ ਸਾਲ 'ਚ ਕੀ ਸੋਚਿਆ ਕੁਛ, ਮਤਲਬ ਇਹੋ ਜਿਹਾ ਹੈ ਜੋ ਵੱਡਾ ਡ੍ਰੀਮ ਹੈ ਜੋ ਇਸ ਸਾਲ 'ਚ ਰੈਜ਼ੋਲੂਸ਼ਨ ਹੈਗਾ ਜੋ ਕਰਨਾ ਹੈ ਪੂਰਾ? ਹਾਂਜੀ ਓਕੇ, ਕਰਾਂਗੇ, ਕੁਛ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਚੀਜ਼ਾਂ ਸਿੱਖਣੀਆਂ ਨੇ ਹਲੇ ਆਪਣੇ ਆਪ ਨੂੰ ਢਾਲਣਾ ਹੈ, ਉੱਦਾਂ ਬਣਾਉਣਾ ਹੈ। ਸੋ ਕਦੇ ਹਾਂ ਕਦੇ ਨਾ OTT ਪਲੇਟਫਾਰਮ ਤੇ ਆ ਗਈ ਹੈ ਹੁਣ ਤਾਂ, ਹੈ ਨਾ? ਤੁਸੀਂ ਸਭ ਤੋਂ ਪਹਿਲੇ OTT ਪਲੇਟਫਾਰਮ ਤੇ ਕੁਝ ਦੇਖਿਆ ਸੀ, ਫਿਲਮ ਜਾਂ ਕੋਈ ਵੈਬ ਸੀਰੀਜ਼? ਹਾਂਜੀ ਮੈਂ ਦੇਖਦਾ, ਮੈਂ ਚੌਪਾਲ ਕਾਫੀ ਵਧੀਆ, ਮੇਰੀ ਫੇਵਰੇਟ ਐਪ ਤੇ ਨੈਟਫਲਿਕਸ ਹੈਗੀ ਆ ਜੀ। ਪੰਜਾਬੀਆਂ ਨੂੰ ਖਾਸ ਕਰਕੇ ਇਹਦੇ 'ਚ ਬਹੁਤ ਮਾਣ ਵਾਲੀ ਗੱਲ ਆ ਜੀ, ਪੰਜਾਬੀ OTT ਜਿਹੜਾ ਇਹਨਾਂ ਨੇ ਲਾਂਚ ਕੀਤਾ ਤੇ ਇਹਦੇ 'ਚ ਕਾਫੀ ਕੰਟੈਂਟ, ਬਹੁਤ ਸੋਹਣੇ ਆਰਟਿਸਟ ਨੇ ਜਿਨ੍ਹਾਂ ਦੀ ਵੈਲਿਊ ਮੈਨੂੰ ਲੱਗਦਾ ਕਿ ਕੰਮ ਕਰਕੇ ਇੱਥੇ ਪਤਾ ਲੱਗਦੀ ਹੈ ਕਿ ਹਾਂ ਯਾਰ ਇਹਨਾਂ 'ਚ ਪੋਟੈਂਸ਼ੀਅਲ ਹੈਗਾ ਕੰਮ ਦਾ, ਕੀ ਅੱਗ ਹੈ, ਹਨਾ? ਐਕਟਿੰਗ ਸਕਿੱਲਸ, ਸਿੰਗਿੰਗ, ਤੇ ਮੈਨੂੰ ਲੱਗਦਾ ਕਿ ਹੋਰ ਇਹ ਕਾਫੀ ਚੀਜ਼ਾਂ ਵਧੀਆ ਲੈ ਕੇ ਆਉਗੇ ਜਿਹਦੇ ਨਾਲ ਸਾਡਾ ਪੰਜਾਬ ਦਾ ਟੈਲੈਂਟ ਜਿਹੜਾ ਉਹ ਆਊਗਾ। ਤੇ ਮੈਨੂੰ ਵੀ ਇਹੀ ਲੱਗਦਾ, ਸੋ ਮੈਂ ਤਾਂ ਇਹੀ ਕਹਿਣਾ ਜੀ। ਸੋ ਜਦੋਂ ਲੋਕਡਾਊਨ ਲੱਗਾ ਸੀਗਾ ਨਾ, ਉਦੋਂ ਕਿਤੇ ਨਾ ਕਿਤੇ ਇਹ ਹੋ ਗਿਆ ਸੀ, ਜੋ ਕਿ ਹੋਇਆ ਵੀ ਹੈ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹ ਰੁਕ ਗਈ ਹੈ, ਸਲੋ ਹੋ ਗਈ ਹੈ, ਫਿਲਮਾਂ ਦਾ ਨੁਕਸਾਨ ਹੋ ਗਿਆ ਹੈ, ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਬਾਕਸ ਦੇ ਵਿੱਚ ਬੰਦ ਹੋ ਗਈਆਂ ਨੇ। ਲੇਕਿਨ ਤੁਸੀਂ ਕੀ ਕਹਿਣਾ ਚਾਹੋਗੇ, ਫਿਲਮਾਂ ਦੀ ਗੱਲ ਕਰੀਏ ਤੇ ਹੁਣ ਜਾਂ ਵੈਬ ਸੀਰੀਜ਼ ਦੀ ਗੱਲ ਕਰੀਏ, ਜਿੱਥੇ ਇੱਕ ਪਾਸੇ ਰੋਜ਼ਗਾਰ ਮਿਲ ਰਿਹਾ ਹੈ ਕਲਾਕਾਰਾਂ ਨੂੰ ਇੱਕ ਵੱਡਾ ਅੱਛਾ ਪਲੇਟਫਾਰਮ ਮਿਲ ਰਿਹਾ OTT ਪਲੇਟਫਾਰਮ, ਕਿਉਂਕਿ ਉੱਥੇ ਹੀ ਫਿਲਮਾਂ ਜਿਹੜੀਆਂ ਨੇ ਉਹ ਸਿਨੇਮਾਸ 'ਚ ਕਿਹੋ ਜਿਹਾ ਵੀ ਬਿਜ਼ਨਸ ਕਰਨ, ਲੇਕਿਨ OTT ਪਲੇਟਫਾਰਮ 'ਤੇ ਉਹਨਾਂ ਦਾ ਆਉਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਧੀਆ ਗੱਲ ਹੈ। ਬਿਲਕੁਲ ਜੀ। ਤੇ ਇਹ ਜਿਹੜਾ OTT ਹੈ ਨਾ ਹੁਣ ਲਾਈਫ ਦਾ ਹਿੱਸਾ ਬਣ ਗਿਆ ਹੈ। ਤੇ ਕਿਸੇ ਕਾਰਨ ਜੇ ਨਹੀਂ ਜਾ ਕੇ ਬੰਦਾ ਸਿਨੇਮੇ 'ਚ ਦੇਖ ਸਕਦਾ ਤਾਂ ਬੰਦਾ ਆਪਣੀ ਫੈਮਿਲੀ ਨਾਲ ਬੈਠ ਕੇ OTT ਘਰੇ ਦੇਖ ਸਕਦਾ। ਹੁਣ ਤਾਂ ਘਰੇ 'ਚ ਲੋਕਾਂ ਨੇ ਸਿਨੇਮੇ ਬਣਾਏ ਹੋਏ ਨੇ, ਮੈਂ ਦੇਖੇ ਕਾਫੀ ਮੇਰੇ ਯਾਰ ਦੋਸਤ ਨੇ, ਉਹਨਾਂ ਨੇ ਘਰੇ ਅੰਦਰ ਫਸਟ ਫਲੋਰ ਜਿੱਦਾਂ ਲਿਵਿੰਗ ਹੋ ਗਿਆ, ਸੈਕਿੰਡ ਫਲੋਰ ਤੇ ਥਰਡ ਫਲੋਰ ਤੇ ਵੱਡੇ ਅੰਦਰ ਬੱਚਿਆਂ ਲਈ ਨਿਆਣਿਆਂ ਲਈ ਸਿਨੇਮਾਸ ਬਣਾਏ ਨੇ, 8-9 ਸੀਟਡ, ਹਨਾ, 10 ਸੀਟਾਂ ਵਾਲੇ ਸੋਫੇ ਲਾ ਕੇ ਬਹੁਤ ਸੋਹਣੇ ਬਣਾਏ ਹੋਏ। ਰਾਈਟ, ਸੋ ਉੱਥੇ OTT ਲਾ ਕੇ ਦੇਖਦੇ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਉੱਥੇ ਹੁਣ ਉਹ ਕਦੇ ਹਾਂ ਕਦੇ ਨਾ ਵੀ ਲਗਾ ਕੇ ਦੇਖਣਗੇ। ਬਿਲਕੁਲ ਜੀ, ਤੁਸੀਂ ਦੇਖਿਓ। ਤੁਹਾਨੂੰ ਖੁਦ ਨੂੰ ਕਿਹੋ ਜਿਹੀ ਲੱਗੀ ਫਿਲਮ? ਤੁਸੀਂ ਫਿਲਮ ਦੇਖ ਕੇ ਕੀ ਸੋਚਿਆ? ਮੈਂ ਇਹ ਸੋਚਿਆ ਜੀ ਕਿ ਹੋਰ ਅੱਗੇ ਜਿਹੜਾ ਕੰਮ ਕਰੂੰਗਾ ਹੋਰ ਉਸ ਤੋਂ ਵੀ ਜ਼ਿਆਦਾ ਵਧੀਆ ਮਿਹਨਤ ਨਾਲ ਕਰੂੰਗਾ। ਸੋ ਮਾਈ ਫਰਸਟ ਸਟੈਪ ਸੀਗਾ। ਹਾਂਜੀ, ਇਸ ਤੋਂ ਅੱਗੇ ਆਪਾਂ ਹੋਰ ਵਧੀਆ ਕਰਾਂਗੇ। ਤੁਹਾਡੇ ਜਿਹੜੇ ਪ੍ਰੋਡਿਊਸਰ ਨੇ ਪ੍ਰੇਰਨਾ ਜੀ, ਉਹਨਾਂ ਨੇ ਤੁਹਾਡੀ ਬਹੁਤ ਤਾਰੀਫ ਕੀਤੀ ਸੀ ਜਦੋਂ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ। ਸੋ ਉਹਨਾਂ ਨੇ ਵੀ ਸਾਰਿਆਂ ਨੂੰ ਇਹੀ ਕਿਹਾ ਸੀਗਾ ਕਿ ਬਹੁਤ ਜੋ ਗਾਣਿਆਂ ਦੇ ਵਿੱਚ ਹੈ ਉਹ ਬਿਲਕੁਲ ਨਹੀਂ ਹੈ। ਸੋ ਬਹੁਤ ਹੀ ਵਧੀਆ ਇਨਸਾਨ ਹੈਗਾ, ਹੈ ਨਾ ਸਿੰਘਾ। ਲੇਕਿਨ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਦਿਲ 'ਚ ਹੈ, ਜੋ ਤੁਸੀਂ ਨਹੀਂ ਕਹਿ ਪਾਉਂਦੇ? ਤੁਸੀਂ ਕੀ ਸੋਚਦੇ ਹੋ ਜੋ ਤੁਸੀਂ ਫੈਨਸ ਨਾਲ ਜਾਂ ਆਡੀਅנס ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਮੈਂ ਕਹਿੰਦਾ ਜੀ ਵਧੀਆ ਨਾ ਬਣੋ ਤਾਂ ਚੰਗਾ। ਨਹੀਂ ਬਣੋ? ਹਾਂ। ਕਿਉਂ? ਮਾੜਾ ਬੰਦਾ ਵਧੀਆ ਹੈ, ਬੈਡ ਗਾਏ। ਬੁਰੇ ਰਹੋ ਬੁਰੇ, ਕਿਉਂਕਿ ਜੇ ਤੁਸੀਂ ਬੁਰੇ ਹੋਵੋਗੇ ਤੁਹਾਨੂੰ ਲੋਕ ਬੁਰਾ ਕਹੋਗੇ, ਤੁਹਾਨੂੰ ਫਰਕ ਨਹੀਂ ਪਊਗਾ। ਜੇ ਤੁਸੀਂ ਚੰਗੇ ਬਣੋਗੇ ਲੋਕ ਤੁਹਾਨੂੰ ਬੁਰਾ ਕਹੋਗੇ, ਫਿਰ ਤੁਹਾਨੂੰ ਫਰਕ ਪਊਗਾ। ਸਿੱਧੀਆਂ ਸਾਫ਼ ਸੁੱਚੀਆਂ ਗੱਲਾਂ ਕਰਦੇ, ਬੁਰੇ ਰਿਹਾ ਕਰੋ ਬਸ, ਆਪਣੀ ਨਿਗਾਹ 'ਚ ਠੀਕ ਰਹੋ, ਲੋਕ ਜੋ ਮਰਜ਼ੀ ਕਹਿਣ ਟੈਨਸ਼ਨ ਲੈ। ਨਹੀਂ, ਇਹ
ਬਹੁਤ ਹੀ ਅੱਛੇ ਫਾਰਮ ਦੇ ਵਿੱਚ ਜਿਹੜਾ ਇੱਕ ਮੈਸੇਜ ਹੈ ਸਾਰਿਆਂ ਨੂੰ ਕਿ ਜਿੱਦਾਂ ਦੇ ਹੋ ਉੱਦਾਂ ਦੇ ਰਹੋ, ਮਿਹਨਤ ਕਰੋ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਕਨਵਰਸੇਸ਼ਨ ਦੇ ਵਿੱਚ ਮੈਂ ਸਿੱਖੀਆਂ ਨੇ ਕਿ ਹਮੇਸ਼ਾ ਅੱਗੇ ਵਧਦੇ ਰਹੋ, ਨੈਗੇਟਿਵਿਟੀ ਦੀ ਕਦੇ ਪਰਵਾਹ ਨਾ ਕਰੋ, ਹਾਵੀ ਨਾ ਹੋਣ ਦਿਓ। ਸੋ ਆਪਣੀ ਮਿਹਨਤ ਤੇ ਯਕੀਨ ਰੱਖੋ ਤੇ ਅੱਗੇ ਵਧਦੇ ਰਹੋ। ਸੋ ਆਲ ਦਾ ਵੈਰੀ ਬੈਸਟ ਟੂ ਯੂ। ਇਹ ਸਾਲ ਤੁਹਾਡੇ ਲਈ ਬਹੁਤ ਸੋਹਣਾ ਰਹੇ, ਤੁਹਾਡੇ ਸਾਰੇ ਸੁਪਨੇ ਪੂਰੇ ਹੋਣ। ਆਲ ਮਾਈ ਬੈਸਟ ਵਿਸ਼ੇਸ ਟੂ ਯੂ। ਥੈਂਕ ਯੂ ਵੈਰੀ ਮਚ ਤੁਹਾਡਾ, ਸਾਰੀ ਟੀਮ ਦਾ, ਸਿਨੇ ਪੰਜਾਬ ਦਾ। ਐਂਡ ਕਦੇ ਹਾਂ ਕਦੇ ਨਾ 14 ਜਨਵਰੀ ਨੂੰ ਚੌਪਾਲ ਤੇ ਜਾ ਕੇ ਤੁਸੀਂ ਸਟ੍ਰੀਮ ਕਰ ਸਕਦੇ ਹੋ। ਤੇ ਬਾਕੀ ਰੱਬ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ, ਖੁਸ਼ ਰਹੋ, ਆਬਾਦ ਰਹੋ। ਫਿਰ ਮਿਲਦੇ ਆ ਕੋਈ ਮੂਵੀ ਤੇ, ਕੋਈ ਗਾਣੇ ਤੇ ਥੈਂਕ ਯੂ ਜੀ। ਸੋ ਸਾਰਾ ਕੁਝ ਇਹਨਾਂ ਨੇ ਕਹਿ ਹੀ ਦਿੱਤਾ। ਮੈਂ ਬਸ ਇੰਨਾ ਕਹਾਂਗੀ ਤੁਸੀਂ ਫੀਡਬੈਕ ਜ਼ਰੂਰ ਦੇ ਦਿਓ, ਸਾਡੇ ਲਈ ਬੜਾ ਵੈਲਿਊਏਬਲ ਹੈ। ਬਾਕੀ ਜੀ ਬਸ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।